ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਏਹਾ ਅੱਗ। ਧੰਨ ਧੰਨ ਸਾਹਿਬੇ ਕਮਾਲ ਵਾਲਿਕੇ ਕੁਲ ਆਲਮ ਰਹਿਬਰ ਏ ਕਾਇਨਾਤ ਦਸਹਾਂ ਪਾਤਸ਼ਾਹਾਂ ਦੀ ਜੋਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਤਿਗੁਰ ਜੀ ਦੀ ਮਿਹਰਮਤ ਹੋਈ ਹੈ ਕਿ ਸੰਧਿਆ ਸਮੇਂ ਦੇ ਇਹਨਾਂ ਦੀਵਾਨਾਂ ਦੇ ਅੰਦਰ ਸੋਦਰ ਬਾਣੀ ਦੇ ਜਾਪ ਬਾਅਦ ਇਲਾਹੀ ਬਾਣੀ ਦੇ ਕੀਰਤਨ ਤੇ ਹੁਣ ਸਤਿਗੁਰ ਜੀ ਦੇ ਘਰ ਦੇ ਵਿਚਾਰ ਦੀ ਆਪਾਂ ਨੇ ਗੱਲ ਕਰਨੀ। ਸਤਿਗੁਰ ਦਾਤਾ ਦੀ ਕਿਰਪਾ ਕਰਨ, ਮਾਲਕ ਦੀ ਮਿਹਰਮਤ ਕਰਨ। ਆਓ ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ 'ਚ ਲਗਵਾਈਏ ਹਾਜ਼ਰੀ। ਦੋਵੇਂ ਹੱਥ ਜੋੜ ਬੁਲਾਓ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਬੱਚਾ ਸੀ ਜਿਹਦੇ ਪਿਤਾ ਜੀ ਚੜ੍ਹਾਈ ਕਰ ਗਏ। ਉਸ ਨੌਜਵਾਨ ਦੇ ਮਨ ਦੇ ਵਿੱਚ ਇੱਕ ਗੱਲ ਨੇ ਘਰ ਕਰ ਲਿਆ। ਉਹਦੇ ਮਨ ਦੇ ਵਿੱਚ ਇੱਕ ਗੱਲ ਪੈਦਾ ਹੋ ਗਈ ਕਿ ਮੇਰੇ ਪਿਤਾ ਜੀ ਨਰਕਾਂ ਵਿੱਚ ਨਾ ਜਾਣ, ਮੇਰੇ ਪਿਤਾ ਜੀ ਸਵਰਗਾਂ 'ਚ ਜਾਣ। ਉਹ ਇਸ ਗੱਲ ਦੀ ਲਾਲਸਾ ਦੇ ਵਿੱਚ ਬੜਿਆਂ ਕੋਲ ਗਿਆ, ਬੜਿਆਂ ਬ੍ਰਾਹਮਣਾਂ ਕੋਲ ਗਿਆ, ਬੜੇ ਪੰਡਤਾਂ ਕੋਲ ਗਿਆ, ਕਾਜ਼ੀ ਮੁੱਲਿਆਂ ਕੋਲ ਗਿਆ, ਫਕੀਰਾਂ ਕੋਲ ਗਿਆ। ਜੋ ਜੋ ਉਹਨਾਂ ਨੂੰ ਫਕੀਰਾਂ ਨੇ ਆਖਿਆ, ਜੋ ਜੋ ਕਾਜ਼ੀ ਮੁੱਲੇ ਬ੍ਰਾਹਮਣ ਨੇ ਆਖਿਆ, ਉਹ ਉਸ ਨੌਜਵਾਨ ਨੇ ਕੀਤਾ, ਪਰ ਉਹਦੇ ਮਨ ਦੀ ਤਸੱਲੀ ਨਾ ਹੋਈ। ਮਨ ਵਿੱਚ ਇਹ ਹੈ ਕਿ ਮੇਰੇ ਪਿਤਾ ਜੀ ਨਰਕ ਨਾ ਜਾਣ, ਮੇਰੇ ਪਿਤਾ ਜੀ ਸਵਰਗ ਚਲੇ ਜਾਣ, ਜਿਨ੍ਹਾਂ ਦੀ ਥੋੜ੍ਹੇ ਦਿਨ ਪਹਿਲਾਂ ਹਾਲੇ ਡੈਥ ਹੋਈ ਹੈ, ਜੋ ਇਸ ਦੁਨੀਆ ਨੂੰ ਛੱਡ ਕੇ ਗਏ ਹੈ। ਉਹਦੇ ਮਨ ਦੀ ਇਹ ਰੀਝ ਹੈ। ਬੜੀਆਂ ਥਾਵਾਂ ਤੇ ਭਟਕਿਆ ਪਰ ਉਹਨੂੰ ਤਸੱਲੀ ਨਾ ਹੋਈ। ਥੋੜ੍ਹੇ ਕੁਝ ਦਿਨਾਂ ਬਾਅਦ ਉਹਨੂੰ ਪਤਾ ਲੱਗਿਆ ਕਿ ਨਾਲ ਵਾਲੇ ਪਿੰਡ ਦੇ ਵਿੱਚ ਨਾ ਮਹਾਤਮਾ ਬੁੱਧ ਜੀ ਆਏ ਹੋਏ ਆ, ਮੈਂ ਉਹਨਾਂ ਕੋਲ ਚੱਲਦਾ ਹਾਂ, ਉਹਨਾਂ ਨੂੰ ਪੁੱਛ ਕੇ ਆਉਂਦਾ ਹਾਂ। ਉਹ ਨੌਜਵਾਨ ਲੱਭਦਾ ਲਵਾਉਂਦਾ ਮਹਾਤਮਾ ਬੁੱਧ ਜੀ ਕੋਲ ਆਇਆ। ਜਾ ਕੇ ਮਹਾਤਮਾ ਬੁੱਧ ਜੀ ਨੂੰ ਉਹਨੇ ਪ੍ਰਣਾਮ ਕੀਤਾ। ਪ੍ਰਣਾਮ ਕਰਕੇ ਉਹਨੇ ਨਾਲ ਦੀ ਨਾਲ ਆਪਣੀ ਗੱਲ ਰੱਖੀ ਕਿ ਮਹਾਤਮਾ ਜੀ, ਮੈਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਜਵਾਬ ਨਹੀਂ ਦੇਣਾ, ਮੇਰੀ ਗੱਲ ਨੂੰ ਤੁਸੀਂ ਮੰਨਣਾ ਆ। ਜੋ ਮੈਂ ਕਹਿ ਰਿਹਾ ਕਿਸੇ ਵੀ ਕੀਮਤ 'ਤੇ ਮੰਨਿਓ, ਮੈਨੂੰ ਤੁਹਾਡੇ 'ਤੇ ਬੜਾ ਭਰੋਸਾ ਹੈ। ਕਿਰਪਾ ਕਰਕੇ ਜੋ ਮੈਂ ਕਹਿ ਰਿਹਾ ਮੇਰੀ ਗੱਲ ਨੂੰ ਮੰਨਣਾ ਆ, ਤੁਸੀਂ ਜ਼ਰੂਰ ਮੇਰੀ ਗੱਲ ਨੂੰ ਤੁਸੀਂ ਜ਼ਰੂਰ ਮੰਨਿਓ, ਕਿਰਪਾ ਕਰਕੇ ਮਨਾ ਨਾ ਕਰਿਓ। ਮਹਾਤਮਾ ਬੁੱਧ ਨੇ ਦੇਖਿਆ ਕਿ ਬੱਚਾ ਬੜਾ ਜ਼ੋਰ ਪਾ ਰਿਹਾ। ਪੁੱਤਰ ਗੱਲ ਕੀ ਹੈ? ਗੱਲ ਇਹ ਹੈ ਮਹਾਤਮਾ ਜੀ, ਥੋੜ੍ਹੇ ਦਿਨ ਪਹਿਲਾਂ ਮੇਰੇ ਫਾਦਰ ਸਾਹਿਬ, ਪਿਤਾ ਜੀ ਮੇਰੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ, ਅਤੇ ਮੇਰੇ ਮਨ ਵਿੱਚ ਇਹ ਰੀਝ ਹੈ ਕਿ ਉਹ ਸਵਰਗਾਂ ਦੇ ਵਾਸੀ ਬਣਨ, ਉਹ ਨਰਕ ਵਿੱਚ ਨਾ ਜਾਣ। ਮੈਨੂੰ ਕੋਈ ਵੀ ਤੁਸੀਂ ਉਪਾਅ ਦੱਸੋ, ਕੋਈ ਵੀ ਕੰਮ ਦੱਸੋ, ਮੈਂ ਕਰਨ ਨੂੰ ਤਿਆਰ ਹੈ, ਪਰ ਮੇਰੇ ਪਿਤਾ ਜੀ ਨੂੰ ਸਵਰਗ ਵਿੱਚ ਥਾਂ ਮਿਲਣੀ ਚਾਹੀਦੀ ਹੈ। ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਤਰਲਾ ਲੈਂਦਾ, ਕਿਰਪਾ ਕਰੋ ਮੇਰੀ ਇਸ ਗੱਲ ਨੂੰ ਮੰਨਿਓ। ਹੁਣ ਮਹਾਤਮਾ ਬੁੱਧ ਜੀ ਨੇ ਉਸ ਬੱਚੇ ਨੂੰ ਸਮਝਾਉਣ ਵਾਸਤੇ ਨਾ ਜੀ ਇੱਕ ਬਹੁਤ ਸੋਹਣਾ ਕੰਮ ਕੀਤਾ। ਮਹਾਤਮਾ ਬੁੱਧ ਜੀ ਕਹਿੰਦੇ ਬਹੁਤ ਕੋਈ ਵੱਡੀ ਗੱਲ ਨਹੀਂ ਹੈ ਪੁੱਤਰ,
ਤੇਰੇ ਪਿਤਾ ਨੂੰ ਸਵਰਗਾਂ 'ਚ ਥਾਂ ਮਿਲ ਜੇਗੀ। ਇੱਕ ਛੋਟਾ ਜਿਹਾ ਕੰਮ ਕਰਨਾ ਆਪਾਂ ਨੇ। ਕੀ ਕੰਮ ਕਰਨਾ ਦੱਸੋ ਜੀ ਮੈਨੂੰ। ਮਹਾਤਮਾ ਬੁੱਧ ਜੀ ਕਹਿੰਦੇ ਪਹਿਲਾਂ ਤੂੰ ਆਪਣੇ ਘਰ ਜਾ ਤੇ ਘਰ ਜਾ ਕੇ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਕੁਝ ਕੁ ਪੱਥਰ ਪਾ ਕੇ ਲੈ ਕੇ ਆ ਤੇ ਉਸੇ ਭਾਂਡੇ ਦੇ ਵਿੱਚ ਦੇਸੀ ਘੀ ਪਾ ਕੇ ਲੈ ਕੇ ਆ। ਜਦੋਂ ਉਸ ਬੱਚੇ ਨੇ ਇਹ ਗੱਲ ਸੁਣੀ, ਉਹ ਆਪਣੇ ਘਰ ਗਿਆ ਤੇ ਘਰ ਜਾ ਕੇ ਜਦੋਂ ਆਪਣੀ ਮਾਂ ਨੂੰ ਕਹਿੰਦਾ ਕਿ ਮਹਾਤਮਾ ਬੁੱਧ ਜੀ ਨੇ ਮੈਨੂੰ ਇਹ ਕੰਮ ਕਿਹਾ ਕਰਨ ਨੂੰ, ਕਿਰਪਾ ਕਰਕੇ ਮੈਨੂੰ ਕੋਈ ਭਾਂਡਾ ਦਿਓ। ਉਹਨੇ ਭਾਂਡਾ ਚੁੱਕਿਆ ਇੱਕ ਮਿੱਟੀ ਦਾ, ਤੇ ਉਹਦੀ ਮਾਂ ਨੇ ਆਖਿਆ ਪੁੱਤਰ ਆਪਣੇ ਪਿਓ ਦਾ ਤੂੰ ਕੰਮ ਕਰਨ ਲੱਗਾ ਹੋਵੇ ਤੇ ਇਹ ਭਾਂਡਾ ਬੜਾ ਛੋਟਾ ਹੈ, ਤੂੰ ਭਾਂਡਾ ਵੱਡਾ ਲੈ ਜਾ। ਉਹਨੇ ਘੜਾ ਚੁੱਕਿਆ ਜੀ ਮਿੱਟੀ ਦਾ, ਉਸ ਘੜੇ ਦੇ ਵਿੱਚ ਉਹਨੇ ਕੁਝ ਕੁਰੋੜੇ ਪਾ ਦਿੱਤੇ, ਪੱਥਰ ਪਾ ਦਿੱਤੇ ਤੇ ਨਾਲ ਉਹਨੇ ਦੇਸੀ ਘਿਓ ਪਾਤਾ। ਮਹਾਤਮਾ ਬੁੱਧ ਜੀ ਕੋਲ ਲੈ ਕੇ ਆ ਗਿਆ। ਹੁਣ ਜਦੋਂ ਮਹਾਤਮਾ ਬੁੱਧ ਜੀ ਕੋਲ ਆਇਆ ਤੇ ਮਹਾਤਮਾ ਬੁੱਧ ਜੀ ਕਹਿੰਦੇ ਕੰਮ ਕਰ, ਜਿਹੜਾ ਉਹ ਸਾਹਮਣੇ ਤੈਨੂੰ ਤਲਾਅ ਨਜ਼ਰ ਆਉਂਦਾ ਹੈ ਨਾ, ਕਹਿੰਦੇ ਹਾਂਜੀ। ਕਹਿੰਦੇ ਉਸ ਤਲਾਅ ਦੇ ਤੂੰ 3 ਪਰਿਕਰਮਾ ਕਰਕੇ ਆ ਇਸ ਘੜੇ ਨੂੰ ਝੁੱਕ ਕੇ। ਹੁਣ ਘੜਾ ਭਾਰਾ ਸੀਗਾ, ਵਿੱਚ ਪੱਥਰ ਸੀਗੇ ਜੀ। ਉਹਨੇ ਔਖੇ ਸੌਖੇ ਨੇ ਘੜਾ ਚੁੱਕਿਆ, ਉਹਨੇ ਮੋਢੇ ਤੇ ਰੱਖਿਆ, ਪਿਤਾ ਨੂੰ ਸਵਰਗਾਂ 'ਚ ਪਹੁੰਚਾਉਣਾ ਆ, ਇਹ ਸੋਚ ਲੈ ਕੇ ਉਹਨੇ 3 ਪਰਿਕਰਮਾ ਔਖੇ ਸੌਖੇ ਨੇ ਕਰ ਦਿੱਤੀਆਂ। ਗੱਲ ਸੰਗਤ ਜੀ ਸਮਝਿਓ, ਬੱਚੇ ਦੇ ਮਨ ਦੀ ਇੱਛਾ ਇਹ ਆ ਕਿ ਮੇਰੇ ਪਿਤਾ ਜੀ ਸਵਰਗ ਜਾਣ, ਨਰਕ ਨਾ ਜਾਣ। ਪਰ ਸੱਚਾਈ ਇਹ ਆ ਸਵਰਗ ਨਰਕ ਜੇ ਸਾਨੂੰ ਮਿਲਣਾ ਆ, ਸਾਡੇ ਕਰਮਾਂ ਦੇ ਆਧਾਰ ਤੇ ਮਿਲਣਾ। ਮਹਾਤਮਾ ਬੁੱਧ ਜੀ ਹੁਣ ਬੱਚੇ ਨੂੰ ਸਮਝਾ ਰਹੇ ਆ, ਕਹਿੰਦੇ ਪਰਿਕਰਮਾ ਕਰਕੇ ਬੱਚਾ ਵਾਪਸ ਆਇਆ ਤੇ ਮਹਾਤਮਾ ਬੁੱਧ ਜੀ ਨੇ ਆਖਿਆ ਕੰਮ ਕਰ ਹੁਣ ਹੋਰ ਇੱਕ, ਕਿ ਇਸ ਤਲਾਅ ਦੇ ਅੰਦਰ ਵੜ ਜਾ। ਉਨਾ ਟਾਈਮ ਅੰਦਰ ਵੜੀ ਜਾਣਾ ਜਿੰਨਾ ਟਾਈਮ ਤੇਰੀ ਗਰਦਨ ਤੱਕ ਪਾਣੀ ਨਹੀਂ ਆ ਜਾਂਦਾ। ਉਹਨੇ ਸਿਰ ਤੇ ਘੜਾ ਰੱਖਿਆ ਜੀ ਤੇ ਪਾਣੀ ਵਿੱਚ ਉਤਰ ਗਿਆ। ਜਦੋਂ ਪਾਣੀ ਵਿੱਚ ਉਤਰਿਆ ਉੱਥੇ ਤੱਕ ਉਤਰ ਗਿਆ ਜਦੋਂ ਤੱਕ ਉਹਦੇ ਗਲੇ ਤੱਕ ਪਾਣੀ ਨਹੀਂ ਆ ਜਾਂਦਾ। ਜਦੋਂ ਹੁਣ ਗਲੇ ਤੱਕ ਪਾਣੀ ਆਇਆ ਜੀ ਤੇ ਮਹਾਤਮਾ ਬੁੱਧ ਜੀ ਹੁਣ ਉਹਨੂੰ ਗੱਲ ਸਮਝਾਉਣ ਲੱਗੇ। ਕਹਿੰਦੇ ਕਾਕਾ ਹੁਣ ਗੱਲ ਸੁਣ, ਹੁਣ ਜਿਹੜੀ ਇਹ ਕਿਰਿਆ ਸਾਰੀ ਖਤਮ ਹੋ ਗਈ ਆ, ਹੁਣ ਗੱਲ ਸੁਣ ਬੜੀ ਧਿਆਨ ਦੇ ਨਾਲ। ਜਿਹੜਾ ਤੇਰੇ ਹੱਥ ਦੇ ਵਿੱਚ ਘੜਾ ਨਾ, ਇਸ ਘੜੇ ਨੂੰ ਛੱਡ ਦੇ ਤੇ ਘੜੇ ਨੂੰ ਪੁੱਤਰ ਛੱਡ ਕੇ ਆ ਮੈਂ ਤੈਨੂੰ ਸੋਟੀ ਪਕੜਾ ਰਿਹਾ, ਇੱਕ ਡੰਡਾ ਪਕੜਾ ਰਿਹਾ ਤੇ ਇਸ ਘੜੇ ਨੂੰ ਤੂੰ ਡੰਡੇ ਦੇ ਨਾਲ ਤੋੜ ਦੇ। ਜੇ ਤਾਂ ਘੜੇ ਦੇ ਵਿੱਚੋਂ ਨਿਕਲ ਕੇ ਪੱਥਰ ਡੁੱਬ ਗਏ ਤੇ ਘੀ ਤਰ ਗਿਆ, ਫਿਰ ਪੁੱਤਰ ਯਾਦ ਰੱਖੀ ਤੇ ਤੇਰਾ ਪਿਓ ਜਾਏਗਾ ਨਰਕਾਂ ਦੇ ਵਿੱਚ। ਪਰ ਜੇ ਘੀ ਡੁੱਬ ਗਿਆ ਤੇ ਪੱਥਰ ਤਰ ਗਏ, ਫਿਰ ਤੇਰਾ ਪਿਓ ਜਾਏਗਾ ਸਵਰਗਾਂ 'ਚ। ਫਿਰ ਗੱਲ ਧਿਆਨ ਨਾਲ ਸੁਣਿਓ, ਜੇ ਪੱਥਰ ਡੁੱਬ ਗਏ ਫਿਰ ਤੇਰੇ ਪਿਓ ਨੂੰ ਥਾਂ ਜਿਹੜੀ ਮਿਲਣੀ ਹੈ ਨਾ ਉਹ ਨਰਕਾਂ 'ਚ ਮਿਲਣੀ ਹੈ। ਜੇ ਪੱਥਰ ਤਰ ਗਏ ਫਿਰ ਉਹਨੂੰ ਥਾਂ ਜਿਹੜੀ ਉਹ ਸਵਰਗਾਂ 'ਚ ਮਿਲਣੀ ਹੈ। ਘੀ ਜਿਹੜਾ ਦੇਸੀ ਆ ਉਹ ਡੁੱਬਣਾ ਚਾਹੀਦਾ ਆ, ਉਹ ਤਰਨਾ ਨਹੀਂ ਚਾਹੀਦਾ। ਉਸ ਬੱਚੇ ਨੇ ਮਹਾਤਮਾ ਬੁੱਧ ਕੋਲੋਂ ਸੋਟੀ ਪਕੜੀ। ਜਦੋਂ ਸੋਟੀ ਪਕੜੀ ਤੇ ਘੜੇ ਨੂੰ ਛੱਡਿਆ, ਜਦੋਂ ਘੜੇ ਨੂੰ ਛੱਡਿਆ ਜੀ ਸੋਟੀ ਦੇ ਨਾਲ ਘੜੇ ਨੂੰ ਭੰਨਿਆ ਤੇ ਕੀ ਬਣਿਆ ਜੀ, ਘੀ ਜਿਹੜਾ ਸੀਗਾ ਪਾਣੀ ਉੱਤੇ ਤਰਨ ਲੱਗ ਪਿਆ। ਜਿਹੜੇ ਘੜੇ ਵਿੱਚ ਪੱਥਰ ਸੀਗੇ ਉਹ ਸਾਰੇ ਪੱਥਰ ਡੁੱਬ ਗਏ। ਮਹਾਤਮਾ ਬੁੱਧ ਨੇ ਪਹਿਲਾਂ ਆਖਿਆ ਸੀਗਾ ਕਿ ਜੇ ਪੱਥਰ ਡੁੱਬ ਗਏ ਨਾ ਪੁੱਤਰ, ਫਿਰ ਤੇਰਾ ਪਿਓ ਨਰਕਾਂ 'ਚ ਜਾਏਗਾ, ਮੈਂ ਫਿਰ ਕੁਝ ਨਹੀਂ ਕਰ ਸਕਦਾ। ਜਦੋਂ ਇਹ ਗੱਲ ਹੋਈ, ਸਾਰੀ ਕਿਰਿਆ ਨਿਬੜ ਗਈ, ਬੱਚਾ ਬਾਹਰ ਆਇਆ ਜੀ ਨਿਰਾਸ਼ ਹੋਇਆ ਹੋਇਆ। ਜਦੋਂ ਆਪਣੇ ਘਰ ਨੂੰ ਜਾਣ ਲੱਗਾ ਉਹਦੇ ਦਿਮਾਗ ਦੇ ਵਿੱਚ ਆਇਆ ਕੁਝ ਤੇ ਫਿਰ ਵਾਪਸ ਆਇਆ ਤੇ ਮਹਾਤਮਾ ਬੁੱਧ ਜੀ ਨੂੰ ਕਹਿਣ ਲੱਗਾ, ਕਹਿੰਦੇ ਮਹਾਤਮਾ ਜੀ ਇਹ ਤਾਂ ਕੁਦਰਤ ਦਾ ਨਿਯਮ ਹੈ ਕਿ ਘੀ ਨੇ ਤਰਨਾ ਹੁੰਦਾ ਹੈ ਤੇ ਪੱਥਰ ਨੇ ਡੁੱਬਣਾ ਹੁੰਦਾ ਹੈ, ਤੇ ਤੁਸੀਂ ਆਖਦੇ ਹੋ ਕਿ ਪੱਥਰ ਤਰਨਗੇ ਤੇ ਘੀ ਡੁੱਬੇਗਾ। ਨਿਯਮ ਤੋਂ ਉਲਟ ਕੰਮ ਕਿਵੇਂ ਹੋ ਸਕਦਾ ਹੈ? ਜੋ ਕੁਦਰਤ ਦਾ ਨਿਯਮ ਹੈ ਉਹ ਤੋਂ ਉਲਟ ਕੁਝ ਨਹੀਂ ਹੋ ਸਕਦਾ, ਪਰ ਤੁਸੀਂ ਇਹ ਗੱਲ ਕਿਉਂ ਆਖੀ? ਮਹਾਤਮਾ ਬੁੱਧ ਜੀ ਕਹਿੰਦੇ ਇਹੀ ਗੱਲ ਮੈਂ ਤੈਨੂੰ ਸਮਝਾਉਣ ਲੱਗਾ ਪੁੱਤਰ। ਜੇ ਤੈਨੂੰ ਇੰਨੀ ਸੋਝੀ ਆ ਗਈ ਹੈ ਕਿ ਕੁਦਰਤ ਦਾ ਨਿਯਮ ਇਹ ਹੈ ਕਿ ਪੱਥਰ ਡੁੱਬਦੇ ਆ, ਘੀ ਤਰਦਾ ਆ, ਕੁਦਰਤ ਦੇ ਨਿਯਮ ਤੋਂ ਉਲਟ ਕੁਝ ਨਹੀਂ ਹੋ ਸਕਦਾ। ਪੱਥਰ ਤਰ ਨਹੀਂ ਸਕਦੇ ਤੇ ਘੀ ਡੁੱਬ ਨਹੀਂ ਸਕਦਾ। ਇਸੇ ਤਰ੍ਹਾਂ ਪੁੱਤਰ ਤੇਰੇ ਪਿਓ ਨੂੰ ਮੈਂ ਨਰਕ ਤੇ ਸਵਰਗ ਵਿੱਚ ਥਾਂ ਨਹੀਂ ਦਵਾ ਸਕਦਾ। ਦੁਨੀਆ ਦਾ ਕੋਈ ਪੰਡਤ, ਕੋਈ ਬ੍ਰਾਹਮਣ, ਕੋਈ ਕਾਜੀ, ਕੋਈ ਮੁੱਲਾ, ਕੋਈ ਸਿਆਣਾ, ਕੋਈ ਫਕੀਰ ਤੇਰੇ ਪਿਓ ਨੂੰ
ਨਰਕ ਸਵਰਗ ਵਿੱਚ ਥਾਂ ਨਹੀਂ ਦਵਾ ਸਕਦਾ। ਨਰਕ ਤੇ ਸਵਰਗ ਵਿੱਚ ਥਾਂ ਬੰਦੇ ਨੂੰ ਬੰਦੇ ਦੇ ਕਰਮਾਂ ਦੇ ਮੁਤਾਬਕ ਮਿਲਦੀ ਹੈ। ਜੇ ਤੇਰੇ ਪਿਓ ਨੇ ਜ਼ਿੰਦਗੀ 'ਚ ਚੰਗੇ ਕੰਮ ਕੀਤੇ ਹੋਣਗੇ, ਯਾਦ ਰੱਖੀ ਪੁੱਤਰ, ਫਿਰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈ, ਫਿਰ ਤੇਰੇ ਪਿਓ ਨੂੰ ਸਵਰਗ 'ਚ ਥਾਂ ਮਿਲੇਗੀ। ਪਰ ਜੇ ਤੇਰੇ ਪਿਓ ਨੇ ਜ਼ਿੰਦਗੀ 'ਚ ਮਾੜੇ ਕੰਮ ਕੀਤੇ ਆ, ਉਹਨੂੰ ਫਿਰ ਨਰਕ 'ਚ ਥਾਂ ਮਿਲੇਗੀ, ਫਿਰ ਕੋਈ ਰੋਕ ਨਹੀਂ ਸਕਦਾ। ਸਾਨੂੰ ਇਹ ਛੋਟੀ ਜਿਹੀ ਕਹਾਣੀ ਵਿੱਚੋਂ ਇਹ ਸਿੱਖਿਆ ਮਿਲ ਗਈ ਹੈ ਕਿ ਜੋ ਸਤਿਗੁਰ ਨੇ ਵੀ ਆਖਿਆ ਆ ਕਿ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਤਿਗੁਰ ਕਹਿੰਦੇ ਜਿੱਦਾਂ ਦੇ ਕੋਈ ਕਰਮ ਕਰੇਗਾ ਉੱਦਾਂ ਦਾ ਹੀ ਪਰਮਾਤਮਾ ਦੇ ਘਰ ਦੇ ਨੇੜੇ ਹੋਏਗਾ ਤੇ ਜਾਂ ਪਰਮਾਤਮਾ ਦੇ ਘਰ ਤੋਂ ਦੂਰ ਹੋਏਗਾ। ਬਾਬੇ ਨਾਨਕ ਨੂੰ ਵੀ ਸਵਾਲ ਪੁੱਛਿਆ ਸੀ ਮੱਕੇ ਦੀ ਧਰਤੀ ਤੇ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਬਾਬੇ ਨੇ ਵੀ ਉਦੋਂ ਜਵਾਬ ਬੜਾ ਪਿਆਰਾ ਦਿੱਤਾ ਸੀਗਾ ਕਿ ਸ਼ੁਭ ਅਮਲਾ ਵਾਜੋ ਦੋਨੋਂ ਰੋਈ, ਕਿ ਜੇ ਤੁਹਾਡੇ ਅਮਲ ਚੰਗੇ ਨਹੀਂ ਹੈ, ਜੇ ਤੁਹਾਡੇ ਕੰਮ ਚੰਗੇ ਨਹੀਂ ਹੈ, ਰੱਬ ਦੇ ਘਰ ਦੇ ਵਿੱਚ ਜਾਤ ਪਾਤ ਮਜ਼ਹਬ ਕੌਮ ਧਰਮ ਨਹੀਂ ਦੇਖਿਆ ਜਾਣਾ। ਰੱਬ ਦੇ ਘਰ ਵਿੱਚ ਕਰਮ ਦੇਖੇ ਜਾਣੇ ਆ। ਜਿੱਦਾਂ ਦੇ ਕਰਮ ਹੋਣਗੇ ਤੇ ਕਰਮਾਂ ਦੇ ਹਿਸਾਬ ਦੇ ਨਾਲ ਰੱਬ ਨੇ ਸਾਨੂੰ ਸਜ਼ਾ ਦੇਣੀ ਹੈ ਤੇ ਰੱਬ ਨੇ ਸਾਨੂੰ ਪਿਆਰ ਦੇਣਾ ਆ। ਜੇ ਚੰਗੇ ਕਰਮ ਹੋਣਗੇ ਤੇ ਸਵਰਗ 'ਚ ਥਾਂ ਮਿਲੇਗੀ, ਜੇ ਕਰਮ ਮਾੜੇ ਹੋਣਗੇ ਤੇ ਨਰਕ 'ਚ ਥਾਂ ਮਿਲੇਗੀ। ਬਾਪੂ ਨੇ ਕਈ ਥਾਵਾਂ ਤੇ ਕਰਮਾਂ ਦੀ ਗੱਲ ਕਰਦੇ ਹੋਏ ਸਤਿਗੁਰ ਨੇ ਬਾਣੀ ਵਿੱਚ ਦਰਜ ਕੀਤਾ ਆ ਕਿ ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲੇਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਸੋ ਸੰਗਤ ਜੀ, ਆਪਣੇ ਕਰਮਾਂ ਨੂੰ ਸਵਾਰੀਏ। ਜੇ ਕਰਮ ਚੰਗੇ ਹੋਣਗੇ ਤੇ ਰੱਬ ਦੇ ਅਸੀਂ ਨੇੜੇ ਹੋਵਾਂਗੇ। ਗੁਰੂ ਮਾਲਕ ਨੇ ਸਾਨੂੰ ਇਸੇ ਕਰਮਾਂ ਦੀ ਗੱਲ ਸਮਝਾਉਂਦੇ ਹੋਏ ਸਤਿਗੁਰ ਨੇ ਹੀ ਕਿਹਾ, ਪੁੱਤਰ ਕਰਮ ਮਾੜੇ ਨਹੀਂ ਕਰਨੇ। ਕੋਈ ਫਕੀਰ ਸੀ, ਰੱਬ ਦੇ ਨਾਲ ਜੁੜਿਆ ਹੋਇਆ। ਕਈਆਂ ਨੇ ਕਹਾਣੀ ਮਹਾਤਮਾ ਬੁੱਧ ਜੀ ਨਾਲ ਜੋੜੀ ਹੋਈ ਹੈ ਕਿ ਮਹਾਤਮਾ ਬੁੱਧ ਜੀ ਇੱਕ ਦਰਖਤ ਦੇ ਹੇਠਾਂ ਬੈਠੇ ਸੀਗੇ। ਮਹਾਤਮਾ ਬੁੱਧ ਜੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਕਰਦੇ ਇੱਕ ਪਿੰਡ ਦੇ ਵਿੱਚ ਇੱਕ ਦਰਖਤ ਦੇ ਹੇਠਾਂ ਜਾ ਕੇ ਬੈਠ ਗਏ। ਉਸ ਪਿੰਡ ਦਾ ਇੱਕ ਮਨੁੱਖ ਆਇਆ ਜਿਹੜਾ ਮਹਾਤਮਾ ਬੁੱਧ ਜੀ ਨੂੰ ਕਹਿੰਦਾ ਕਿ ਮਹਾਤਮਾ ਜੀ ਮੈਂ ਬਹੁਤ ਦੁਖੀ ਹਾਂ ਆਪਣੀ ਜ਼ਿੰਦਗੀ 'ਚ, ਮੈਨੂੰ ਸੁੱਖ ਨਹੀਂ ਮਿਲ ਰਿਹਾ, ਚੈਨ ਨਹੀਂ ਮਿਲ ਰਿਹਾ, ਸਬਰ ਨਹੀਂ ਮਿਲ ਰਿਹਾ, ਕੀ ਕਰਾਂ ਮੈਂ। ਸੰਗਤ ਜੀ ਗੱਲ ਚੇਤੇ ਰੱਖਿਓ, ਬੰਦਾ ਅੱਜ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ ਹੈ, ਬੰਦਾ ਅੱਜ ਦੂਜੇ ਦੇ ਸੁੱਖਾਂ ਕਰਕੇ ਦੁਖੀ ਹੈ। ਬੰਦਾ ਚਾਹੁੰਦਾ ਹੈ ਕਿ ਜੋ ਕੁਛ ਹੋਵੇ ਨਾ ਮੇਰੇ ਕੋਲ ਹੋਵੇ, ਦੂਜੇ ਬੰਦੇ ਕੋਲ ਕੁਛ ਨਾ ਹੋਵੇ। ਜੇ ਕਿਸੇ ਦੂਜੇ ਗਵਾਂਢੀ ਨੂੰ ਰੱਬ ਚੜ੍ਹਦੀ ਕਲਾ ਦੇ ਰਿਹਾ, ਤਰੱਕੀ ਦੇ ਰਿਹਾ, ਤੇ ਦੂਜੇ ਗਵਾਂਢੀ ਨੂੰ ਬਹੁਤ ਇਸ ਗੱਲ ਦੀ ਕਹਿ ਲਓ ਖਿਝ ਚੜ੍ਹ ਜਾਂਦੀ ਹੈ ਕਿ ਉਹ ਤਰੱਕੀ ਕਿਉਂ ਕਰਦੇ, ਇਹ ਤਰੱਕੀ ਉਹਨਾਂ ਦੀ ਤਰੱਕੀ ਗਵਾਂਢੀ ਨੂੰ ਨੀਂਦ ਨਹੀਂ ਆਉਣ ਦਿੰਦੀ। ਸੱਚਾਈ ਕੀ ਹੈ। ਮਹਾਤਮਾ ਬੁੱਧ ਜੀ ਪਿੰਡ ਦੇ ਵਿੱਚ ਗਏ ਤੇ ਦਰਖਤ ਦੇ ਹੇਠਾਂ ਬੈਠੇ ਤੇ ਉਹ ਮਨੁੱਖ ਆਇਆ ਇੱਕ, ਤੇ ਆ ਕੇ ਮਹਾਤਮਾ ਜੀ ਨੂੰ ਕਹਿੰਦਾ, ਮਹਾਤਮਾ ਜੀ ਮੈਂ ਬੜਾ ਦੁਖੀ ਹਾਂ, ਮੇਰੇ ਕੋਲ ਸਾਰਾ ਕੁਛ ਆ ਜ਼ਿੰਦਗੀ ਦਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਮੈਂ ਦੁਖੀ ਬਹੁਤ ਹੈ, ਚਿੰਤਾ 'ਚ ਰਹਿੰਦਾ, ਟੈਨਸ਼ਨ 'ਚ ਰਹਿੰਦਾ, ਕਿਰਪਾ ਕਰਕੇ ਕੋਈ ਉਪਾਅ ਦੱਸੋ। ਮਹਾਤਮਾ ਬੁੱਧ ਨੇ ਕਿਹਾ ਬੈਠ ਕੇ ਨਹੀਂ, ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ। ਮਹਾਤਮਾ ਬੁੱਧ ਜੀ ਨੇ ਉਹਨੂੰ ਕਹਾਣੀ ਸੁਣਾਈ ਕਿ ਇੱਕ ਪਿੰਡ ਦੇ ਵਿੱਚ ਸੇਠ ਸੀਗਾ, ਤੇ ਸੇਠ ਬਹੁਤ ਵਧੀਆ ਬੰਦਾ ਸੀਗਾ ਕਿ ਜਿਹੜਾ ਵੀ ਉਹਦੇ ਦਰ ਤੇ ਆ ਜਾਂਦਾ ਸੀਗਾ ਉਹਨੂੰ ਉਹ ਖਾਲੀ ਨਹੀਂ ਮੋੜਦਾ ਸੀਗਾ, ਕੁਝ ਨਾ ਕੁਝ ਦੇ ਕੇ ਮੋੜਦਾ ਸੀਗਾ। ਅੱਜ ਸੇਠ ਦੇ ਦਰ ਦੇ ਉੱਤੇ ਨਾ ਇੱਕ ਮਨੁੱਖ ਆਇਆ ਜਿਹਦੇ ਹੱਥ ਵਿੱਚ ਇੱਕ ਪਰਚੀ ਹੈ, ਤੇ ਪਰਚੀ ਵਿੱਚ ਇਹ ਲਿਖਿਆ ਹੋਇਆ ਕਿ ਸਮਾਂ ਕੋਈ ਵੀ ਹੋਵੇ ਗੁਜ਼ਰ ਜਾਏਗਾ, ਸਮਾਂ ਕੋਈ ਵੀ ਹੋਵੇ ਗੁਜ਼ਰ ਜਾਏਗਾ। ਇਹ ਪਰਚੀ ਲੈ ਕੇ ਉਹ ਥਾਂ ਥਾਂ ਤੇ ਵੇਚਦਾ ਫਿਰਦਾ ਕਿ ਇਸ ਪਰਚੀ ਨੂੰ ਖਰੀਦ ਲਵੋ। ਹੁਣ ਪਰਚੀ ਨੂੰ ਕੌਣ ਖਰੀਦੇ ਜੀ? ਪਰ ਸੇਠ ਨੇ ਚਲੋ ਸੋਚਿਆ ਕਿ ਮੇਰੇ ਦਰ ਤੇ ਆਇਆ, ਲੋੜਵੰਦ ਹੈ। ਸੇਠ ਨੇ ਉਹ ਪਰਚੀ ਫੜੀ, ਉਹਨੂੰ ਪ੍ਰਸ਼ਾਦਾ ਪਾਣੀ ਛਕਾਇਆ, ਕੁਝ ਕੁ ਪੈਸੇ ਦਿੱਤੇ, ਮਾਣ ਸਨਮਾਨ ਦੇ ਨਾਲ ਉਹਨੂੰ ਵਾਪਸ ਭੇਜ ਦਿੱਤਾ। ਉਸ ਪਰਚੀ ਨੂੰ ਪੜ੍ਹ ਕੇ ਸੇਠ ਜੀ ਨੇ ਕਿ ਸਮਾਂ ਗੁਜ਼ਰ ਜਾਏਗਾ ਪੜ੍ਹ ਕੇ ਜੀ, ਤੇ ਉਹਨੂੰ ਬੰਦ ਕਰਕੇ ਉਹਨੂੰ ਆਪਣੇ ਪੱਗ ਦੇ ਲੜ ਦੇ ਵਿੱਚ ਪਾ ਲਿਆ।
ਲੜ ਦੇ ਨਾਲ ਬੰਨ੍ਹ ਲਿਆ, ਪੱਗ ਵਿੱਚ ਰੱਖ ਲਿਆ। ਹੁਣ ਸੇਠ ਇਮਾਨਦਾਰ ਸੀਗਾ ਜੀ, ਜਿਹੜੇ ਆਂਢ ਗੁਆਂਢ ਸੀਗੇ ਜੀ ਬੇਈਮਾਨ ਲੋਕ, ਉਹਨਾਂ ਨੂੰ ਸੇਠ ਦੀ ਇਮਾਨਦਾਰੀ ਚੁੱਭਦੀ ਸੀਗੀ। ਉਹਨਾਂ ਨੇ ਜਾ ਕੇ ਸਮੇਂ ਦੇ ਜਿਹੜਾ ਉੱਥੇ ਦਾ ਬਾਦਸ਼ਾਹ ਸੀਗਾ ਉਹਨੂੰ ਸ਼ਿਕਾਇਤ ਕੀਤੀ ਕਿ ਜਿਹੜਾ ਇਹ ਸੇਠ ਹੈ ਜੀ, ਇਹ ਗਦਾਰ ਹੈ, ਇਹ ਕਿਸੇ ਦੀ ਗੱਲ ਨਹੀਂ ਮੰਨਦਾ, ਬੇਈਮਾਨ ਹੈ। ਝੂਠੀਆਂ ਉਹਦੀਆਂ ਸ਼ਿਕਾਇਤਾਂ ਕਰਕੇ ਉਹ ਸੇਠ ਨੂੰ ਗ੍ਰਿਫਤਾਰ ਕਰਵਾਤਾ। ਉਹ ਸੇਠ ਗ੍ਰਿਫਤਾਰ ਹੋ ਗਿਆ। ਹੁਣ ਜਦੋਂ ਸੇਠ ਗ੍ਰਿਫਤਾਰ ਹੋਇਆ, ਇੱਕ ਵਾਰ ਤਾਂ ਬੜਾ ਨਿਰਾਸ਼ ਹੋਇਆ ਕਿ ਮੇਰੀ ਚੰਗੀ ਭਲੀ ਜ਼ਿੰਦਗੀ ਬਤੀਤ ਹੁੰਦੀ ਸੀਗੀ, ਸੋਹਣਾ ਮੈਂ ਸੁੱਖਾਂ ਦੇ ਨਾਲ ਜ਼ਿੰਦਗੀ ਨੂੰ ਮੈਂ ਬਤੀਤ ਕਰ ਰਿਹਾ ਸੀਗਾ, ਪਰ ਕੰਮ ਖਰਾਬ ਹੋ ਗਿਆ ਕਿ ਮੈਨੂੰ ਜੇਲ੍ਹ ਹੋ ਗਿਆ। ਹੁਣ ਪਤਾ ਨਹੀਂ ਕਿੰਨੇ ਕੁ ਸਾਲ ਜੇਲ੍ਹ ਹੋਣੀ ਹੈ, ਕਿਹੜੀ ਕਿਹੜੀ ਸਜ਼ਾ ਮੈਨੂੰ ਰਾਜੇ ਨੇ ਸੁਣਾਉਣੀ ਹੈ, ਮੈਨੂੰ ਫਾਂਸੀ ਨਾ ਦੇ ਦੇਵੇ। ਆਉਣ ਵਾਲਾ ਸਮਾਂ ਪਤਾ ਨਹੀਂ ਕਿੰਨਾ ਕੁ ਭਿਆਨਕ ਮੇਰੇ ਸਾਹਮਣੇ ਜਿਹੜਾ ਕੀ ਆ ਮੈਨੂੰ ਦੇਖਣਾ ਪੈਣਾ ਆ। ਸੇਠ ਇਹ ਸੋਚ ਰਿਹਾ ਸੀਗਾ, ਉਹਦੇ ਦਿਮਾਗ ਵਿੱਚ ਆਇਆ ਕਿ ਮੈਨੂੰ ਇੱਕ ਪਰਚੀ ਦੇ ਗਿਆ ਸੀਗਾ ਇੱਕ ਮਨੁੱਖ, ਉਹ ਮੇਰੀ ਪੱਗ ਦੇ ਲੜ ਵਿੱਚ ਪਾਈ ਹੋਈ ਹੈ। ਸੇਠ ਨੇ ਜਦੋਂ ਪੱਗ ਦੇ ਲੜ ਦੇ ਵਿੱਚੋਂ ਪਰਚੀ ਨੂੰ ਕੱਢਿਆ ਤੇ ਕੱਢ ਕੇ ਉਸ ਪਰਚੀ ਨੂੰ ਪੜ੍ਹਿਆ, ਉਹਦੇ ਪਰ ਲਿਖਿਆ ਹੋਇਆ ਸੀਗਾ ਸਮਾਂ ਕੋਈ ਵੀ ਹੋਵੇ ਤੇ ਸਮਾਂ ਗੁਜ਼ਰ ਜਾਏਗਾ। ਇਹ ਚੀਜ਼ ਪੜ੍ਹ ਕੇ ਸੇਠ ਉੱਚੀ ਉੱਚੀ ਹੱਸਣ ਲੱਗ ਪਿਆ। ਜਦੋਂ ਸੇਠ ਉੱਚੀ ਉੱਚੀ ਹੱਸਦਾ ਹੈ ਨਾ, ਜਿਹੜੇ ਜੇਲਰ ਸਨ, ਸਿਪਾਹੀ ਸਨ ਰਾਜੇ ਦੇ, ਉਹ ਹੈਰਾਨ ਹੋ ਗਏ ਕਿ ਸੇਠ ਕਿਉਂ ਹੱਸਦਾ ਆ। ਜੇਲ੍ਹ ਵਿੱਚ ਬੰਦਾ ਆ ਕੇ ਰੋਂਦਾ ਹੈ, ਉਹਦੀਆਂ ਖੁਸ਼ੀਆਂ ਉੱਡ ਜਾਂਦੀਆਂ, ਪਰ ਇਹ ਹੱਸ ਕਿਉਂ ਰਿਹਾ? ਕਿਤੇ ਸੇਠ ਪਾਗਲ ਤਾਂ ਨਹੀਂ ਹੋ ਗਿਆ? ਇਹਨੂੰ ਕੋਈ ਸਦਮਾ ਤਾਂ ਨਹੀਂ ਲੱਗ ਗਿਆ? ਜਾ ਕੇ ਰਾਜੇ ਨੂੰ ਦੱਸਿਆ ਕਿ ਜਿਹੜੇ ਸੇਠ ਨੂੰ ਆਪਾਂ ਗ੍ਰਿਫਤਾਰ ਕੀਤਾ ਉਹ ਤਾਂ ਕਮਲਿਆਂ ਵਾਂਗੂ ਹੱਸ ਰਿਹਾ, ਬੜਾ ਖੁਸ਼ ਹੈ। ਰਾਜੇ ਨੇ ਕਿਹਾ ਬੁਲਾਓ ਉਹਨੂੰ, ਸੇਠ ਨੂੰ, ਭਾਈ ਪੁੱਛਾ ਸੀ ਕੀ ਹੋਇਆ। ਰਾਜੇ ਨੇ ਜਦੋਂ ਸੇਠ ਨੂੰ ਬੁਲਾਇਆ ਤੇ ਆਖਿਆ ਤੂੰ ਹੱਸਦਾ ਕਿਉਂ ਹੈ? ਸੇਠ ਨੇ ਸਾਰੀ ਗੱਲ ਦੱਸੀ। ਕਹਿੰਦਾ ਜਦੋਂ ਤੁਸੀਂ ਮੈਨੂੰ ਗ੍ਰਿਫਤਾਰ ਕੀਤਾ ਮੇਰੇ ਮਨ ਵਿੱਚ ਇਹ ਆ ਗਿਆ ਕਿ ਹੁਣ ਮੇਰੀ ਜ਼ਿੰਦਗੀ ਤਬਾਹ ਹੋ ਗਈ ਹੈ, ਖਤਮ ਹੋ ਗਈ ਹੈ, ਪਰ ਮੈਨੂੰ ਕੋਈ ਰੱਬ ਦਾ ਪਿਆਰਾ ਮੈਨੂੰ ਪਰਚੀ ਦੇ ਗਿਆ ਸੀ। ਉਸ ਪਰਚੀ ਉੱਪਰ ਲਿਖਿਆ ਹੋਇਆ ਸੀਗਾ ਸਮਾਂ ਕੋਈ ਵੀ ਹੋਵੇ ਗੁਜ਼ਰ ਜਾਏਗਾ। ਉਹ ਪਰਚੀ ਮੇਰੀ ਪੱਗ ਦੇ ਲੜ ਵਿੱਚ ਸੀ। ਪੜ੍ਹਿਆ ਮੈਂ ਉਸ ਗੱਲ ਨੂੰ ਤੇ ਮੇਰੇ ਮਨ ਦੇ ਵਿੱਚ ਇੱਕ ਹੌਸਲਾ ਦਾ ਪੈਦਾ ਹੋ ਗਿਆ ਕਿ ਜੇ ਸੁੱਖਾਂ ਵਾਲਾ ਸਮਾਂ ਨਹੀਂ ਰਿਹਾ, ਸੁੱਖਾਂ ਵਾਲਾ ਸਮਾਂ ਦੁੱਖ 'ਚ ਬਦਲ ਗਿਆ, ਮੇਰੀ ਆਜ਼ਾਦੀ ਗੁਲਾਮੀ 'ਚ ਬਦਲ ਗਈ, ਫਿਰ ਇਹ ਵੀ ਸੱਚਾਈ ਹੈ ਕਿ ਅੱਜ ਜੇ ਮੇਰੇ 'ਤੇ ਦੁੱਖਾਂ ਵਾਲਾ ਸਮਾਂ ਆਇਆ ਤੇ ਕੱਲ੍ਹ ਇਹ ਸਮਾਂ ਵੀ ਨਹੀਂ ਰਹੇਗਾ। ਫਿਰ ਸਮਾਂ ਸੁੱਖਾਂ ਵਾਲਾ ਆਏਗਾ, ਫਿਰ ਸਮਾਂ ਚੰਗਾ ਆਏਗਾ। ਬਸ ਮੈਂ ਇਹ ਆਸ ਦੇ ਨਾਲ ਹੱਸਣ ਲੱਗ ਪਿਆ ਕਿ ਕੋਈ ਗੱਲ ਨਹੀਂ, ਜੇ ਸਮਾਂ ਸੁੱਖਾਂ ਦਾ ਸੀਗਾ ਹੁਣ ਦੁੱਖਾਂ ਦਾ ਆ ਗਿਆ ਤੇ ਦੁੱਖਾਂ ਦੇ ਸਮੇਂ ਨੂੰ ਵੀ ਮੈਂ ਹੱਸ ਕੇ ਬਤੀਤ ਕਰਾਂ ਤਾਂ ਕਿ ਮੇਰਾ ਇਹ ਦੁੱਖਾਂ ਦਾ ਸਮਾਂ ਵੀ ਨਿਕਲ ਜਾਏ। ਇਹ ਦੁੱਖਾਂ ਦਾ ਸਮਾਂ ਜਦੋਂ ਨਿਕਲ ਜਾਏਗਾ ਇੱਕ ਦਿਨ ਫਿਰ ਸੁੱਖਾਂ ਦਾ ਸਮਾਂ ਆਏਗਾ, ਫਿਰ ਮੇਰੀ ਜ਼ਿੰਦਗੀ ਸੋਹਣੀ ਹੋ ਜਾਣੀ ਹੈ। ਛੋਟੀ ਜਿਹੀ ਕਹਾਣੀ ਤੋਂ ਸੰਗਤ ਦੀ ਸਿੱਖਿਆ ਪਤਾ ਕੀ ਮਿਲ ਗਈ ਕਿ ਸਮਾਂ ਕੋਈ ਵੀ ਹੋਵੇ ਉਹਨੂੰ ਖੁਸ਼ੀ ਨਾਲ ਬਤੀਤ ਕਰੋ, ਰੱਬ ਤੇ ਭਰੋਸਾ ਕਰਕੇ ਕੇਤਿਆ ਦੁੱਖ ਭੂਖ ਸੱਦ ਮਾਰ ਇਹ ਬਿਦਾਤ ਤੇਰੀ ਦਾ ਤਾਰ। ਜੇ ਅੱਜ ਸਾਡੇ ਤੇ ਮਾੜਾ ਸਮਾਂ ਆ, ਜੇ ਅੱਜ ਸਾਡੇ ਤੇ ਦੁੱਖਾਂ ਦਾ ਸਮਾਂ ਨਾ, ਘਬਰਾਓ ਨਾ, ਗੁਰੂ ਤੇ ਭਰੋਸਾ ਰੱਖਿਓ। ਜੇ ਅੱਜ ਦੁੱਖਾਂ ਦਾ ਸਮਾਂ ਹੈ ਤੇ ਇੱਕ ਦਿਨ ਐਸਾ ਆਏਗਾ ਇਹ ਦੁੱਖ ਸੁੱਖ ਵਿੱਚ ਬਦਲ ਜਾਣਗੇ। ਇਹ ਹੰਝੂ ਜਿਹੜੇ ਕੀ ਹੈ ਇਹ ਫਿਰ ਸਾਡੇ ਹਾਸੇ ਵਿੱਚ ਬਦਲ ਜਾਣਗੇ। ਜਦੋਂ ਅਸੀਂ ਇਹ ਆਸ ਨਾਲ ਜੀਵਾਂਗੇ, ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਕੀ ਰਾਜਾ ਦੁੱਖ ਵਿੱਚ ਸੁੱਖ ਮਨਾਈ। ਜਦੋਂ ਅਸੀਂ ਇਹ ਸੋਚ ਲਿਆ ਕਿ ਪਰਮਾਤਮਾ ਦੀ ਇਹ ਖੇਡ ਹੈ, ਕਦੇ ਬੰਦਾ ਦੁੱਖ ਭੋਗਦਾ ਤੇ ਕਦੇ ਸੁੱਖ ਮਾਣਦਾ, ਕਦੇ ਖੁਸ਼ੀ ਹੈ, ਕਦੇ ਗਮੀ ਹੈ, ਕਦੇ ਹਰਖ ਹੈ, ਕਦੇ ਸੋਗ ਹੈ। ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿਣਾ ਆ। ਪਰ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਚੇਤੇ ਰੱਖਿਓ, ਸਾਡੇ ਘਰਾਂ ਦੀਆਂ ਨਾ ਕੰਧਾਂ ਦੇ ਉੱਤੇ ਆਮ ਇਹ ਗੱਲਾਂ ਲਿਖੀਆਂ ਹੁੰਦੀਆਂ ਸੀਗੀਆਂ ਤਿੰਨ, ਕਿ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਸਿਮਰਨ। ਜਦੋਂ ਹਰ ਵੇਲੇ ਅਸੀਂ ਸਿਮਰਨ ਕਰਾਂਗੇ, ਸਿਮਰਨ ਦੀ ਤਾਕਤ ਇੰਨੀ ਹੈ ਕਿ ਉਹ ਦੁੱਖ ਦੇ ਵਿੱਚ ਵੀ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿਖਾਵੇਗਾ ਤੇ ਜਦੋਂ ਜੀਵਨ ਵਿੱਚ ਸੁੱਖ ਹੋਏਗਾ ਉਦੋਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿਖਾਏਗਾ। ਦੁੱਖ ਤੇ ਸੁੱਖ ਦੋਵਾਂ ਥਾਵਾਂ ਤੇ ਸ਼ੁਕਰਾਨਾ ਹੈ। ਸੋ ਮਾਲਕ ਜੀ ਕਹਿੰਦੇ ਜੇ ਦੁੱਖ ਹੈ ਤੇ ਅਰਦਾਸ ਕਰ, ਜੇ ਸੁੱਖ ਹੈ ਤੇ ਸ਼ੁਕਰਾਨਾ ਕਰ,
ਤੇ ਹਰ ਵੇਲੇ ਸਿਮਰਨ ਕਰ। ਜਦੋਂ ਤਿੰਨ ਗੱਲਾਂ ਤੇਰੇ ਇਹ ਜੀਵਨ ਵਿੱਚ ਆ ਗਈਆਂ ਤੇ ਤੇਰਾ ਇਹ ਲੋਕ ਤੇ ਪਰਲੋਕ ਦੋਵਾਂ ਥਾਈਂ ਭਲਾ ਹੋ ਜਾਣਾ ਹੈ। ਸੋ ਸਾਨੂੰ ਛੋਟੀ ਜਿਹੀ ਕਹਾਣੀ ਇਹ ਸਿਖਾ ਗਈ, ਇਹ ਸਮਾਂ ਕੋਈ ਵੀ ਹੋਵੇ ਘਬਰਾਓ ਨਾ, ਦੁੱਖ ਵਿੱਚ ਅਰਦਾਸ ਕਰੋ, ਦੁੱਖ ਦਾ ਸਮਾਂ ਸੁੱਖ 'ਚ ਬਦਲੇਗਾ। ਜੇ ਸੁੱਖ ਹੈ ਤੇ ਕਦੇ ਹੰਕਾਰ ਨਾ ਕਰੋ, ਕਿਉਂਕਿ ਸੁੱਖ ਨੂੰ ਦੁੱਖ ਵਿੱਚ ਬਦਲਣ ਲਈ ਬਹੁਤਾ ਟਾਈਮ ਨਹੀਂ ਲੱਗਦਾ ਆ। ਇਸ ਕਰਕੇ ਸਮਾਂ ਜਿੱਦਾਂ ਦਾ ਵੀ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪ੍ਰਚਾਰ ਫੇਰੀਆਂ ਤੇ ਵਿਚਰਦੇ ਹੋਏ ਸਤਿਗੁਰ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ। ਸ਼ਬਦ ਬਾਬੇ ਨਾਨਕ ਦਾ ਅਸੀਂ ਪੜ੍ਹਦੇ ਹਾਂ ਜੀ, ਇੱਕ ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਇਹ ਦੱਸ ਦਿੱਤਾ ਆ ਕਿ ਇਹ ਜਿਹੜੀ ਦੁਨੀਆ ਹੈ ਨਾ ਭਾਈ, ਇਹ ਦੁਨੀਆ ਦੇ ਵਿੱਚ ਸਾਰੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਕਰਕੇ ਦੁਖੀ ਹੈ। ਕੋਈ ਵੀ ਇੱਥੇ ਆਵੇ ਦੁੱਖ ਭੋਗ ਰਿਹਾ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਦੁਖੀ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰ ਕੇ ਦਾਸ। ਜਿਹੜੇ ਪ੍ਰਮਾਤਮਾ ਦੇ ਦਾਸ ਬਣ ਗਏ, ਜਿਨ੍ਹਾਂ ਨੇ ਗੁਰੂ ਦਾ ਲੜ ਫੜ ਲਿਆ, ਉਹ ਸੁਖੀ ਹੈ। ਨਹੀਂ ਤਾਂ ਹਰ ਬੰਦਾ ਦੁੱਖ ਭੋਗਦਾ ਫਿਰਦਾ ਹੈ। ਮਾਲਕ ਨੇ ਬਹੁਤਿਆਂ ਨੂੰ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤਾਰਿਆ। ਬਹੁਤਿਆਂ ਨੂੰ ਸਤਿਗੁਰ ਨੇ ਸਿੱਧੇ ਮਾਰਗ ਪਾ ਕੇ, ਭਟਕਿਆ ਹੋਇਆ ਨੂੰ ਸਤਿਗੁਰ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਤੇ ਲੋਕਾਂ ਨੂੰ ਸਮਝਾ ਦਿੱਤਾ ਕਿ ਇੱਥੇ ਦੁਨੀਆ ਵਿੱਚ ਆਏ ਹੋ ਨਾ ਪੁੱਤਰ, ਇਹ ਗੱਲ ਯਾਦ ਰੱਖਿਓ, ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਆ। ਜੀਵਨ ਬਾਰ-ਬਾਰ ਨਹੀਂ ਮਿਲਣਾ ਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਏ। ਤੇ ਸਤਿਗੁਰ ਕਹਿੰਦੇ ਇਹ ਦੇਹੀ ਜਿਹੜੀ ਮਿਲੀ ਆ ਨਾ ਪੁੱਤਰ, ਇਸ ਦੇਹੀ ਦੇ ਨਾਲ ਚੰਗੇ ਕੰਮ ਕਰ। ਬਾਬੇ ਫਰੀਦ ਨੇ ਵੀ ਕਿਹਾ ਨਾ ਕਿ ਜਿੰਨੀ ਕਮੀ ਨਾਹੀਂ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ। ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪੈਣਾ ਹੈ, ਦੁੱਖ ਭੋਗਣੇ ਪੈਣੇ ਹੈ ਜੇ ਕਰਮ ਮਾੜੇ ਕਰਕੇ ਜਾਏਗਾ। ਸਤਿਗੁਰ ਕਹਿੰਦੇ ਕੋਈ ਕੰਮ ਜ਼ਿੰਦਗੀ 'ਚ ਐਸਾ ਨਾ ਕਰ ਜਿਸ ਕੰਮ ਨੂੰ ਕਰਨ ਤੋਂ ਬਾਅਦ ਤੈਨੂੰ ਪਛਤਾਉਣਾ ਪੈ ਜਾਵੇ। ਕਿਉਂਕਿ ਬੰਦਾ ਗਲਤੀ ਤਾਂ ਕਰ ਲੈਂਦਾ ਹੈ ਜੀ, ਪਰ ਕਈ ਵਾਰ ਉਸ ਗਲਤੀ ਦਾ ਭੁਗਤਾਨ ਸਾਰੀ ਉਮਰ ਬੰਦਾ ਕਰਦਾ ਰਹਿੰਦਾ ਹੈ। ਸੋ ਮਾਲਕ ਜੀ ਕਹਿੰਦੇ ਐਸੇ ਕੰਮ ਨਾ ਕਰ ਜਿਸ ਕੰਮ ਦੇ ਨਾਲ ਤੈਨੂੰ ਸਾਰੀ ਉਮਰ ਲਈ ਦੁੱਖ ਭੋਗਣੇ ਪੈ ਜਾਵੇ। ਜੇ ਰੱਬ ਦੇ ਘਰ 'ਚ ਕੱਲ੍ਹ ਮੂੰਹ ਦਿਖਾਉਣਾ ਹੈ ਨਾ, ਫਿਰ ਕੋਈ ਕੰਮ ਮਾੜਾ ਨਹੀਂ ਕਰਨਾ। ਫਿਰ ਪ੍ਰਮਾਤਮਾ ਦਾ ਸ਼ੁਕਰਾਨਾ ਹਰ ਥਾਂ ਹਰ ਸਮੇਂ ਤੇਰੇ ਜੀਵਨ 'ਚ ਹੋਣਾ ਚਾਹੀਦਾ ਹੈ। ਸੱਚ ਦੇ ਮਾਰਗ ਤੇ ਤੁਰਦਿਆਂ ਗੁਰੂ ਨਾਨਕ ਬਾਬੇ ਨੇ ਸਾਨੂੰ ਇਹ ਸਮਝਾਇਆ ਕਿ ਪੁੱਤਰ ਸੱਚ ਦੇ ਮਾਰਗ ਤੇ ਤੁਰੋ ਤੇ ਸੱਚ ਦਾ ਹੋਕਾ ਦਿਓ। ਬਾਬੇ ਨੇ ਦੁਨੀਆ ਨੂੰ ਸਮਝਾਇਆ ਇੱਕ ਓੰਕਾਰ, ਨਾ ਭਾਈ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਨੀ, ਕਿਸੇ ਬੰਦੇ ਦੀ ਪੂਜਾ ਨਹੀਂ ਕਰਨੀ। ਇੱਕ ਪਰਮਾਤਮਾ ਦੇ ਅਸੀਂ ਸਤਿਗੁਰ ਜੀ ਨੇ ਆਖਿਆ ਪੁਜਾਰੀ ਹੋਣੇ ਚਾਹੀਦੇ ਆ। ਤਿੰਨ ਗੱਲਾਂ ਗੁਰੂ ਕੇ ਸਿੱਖ ਦੇ ਵਿੱਚ ਹੋਣੀਆਂ ਚਾਹੀਦੀਆਂ। ਸਿੱਖ ਜੇ ਪੁਜਾਰੀ ਹੋਵੇ ਨਾ ਜੀ, ਤੇ ਸ਼ਬਦ ਦਾ ਪੁਜਾਰੀ ਹੋਵੇ। ਸ਼ਬਦ ਦੇ ਪੁਜਾਰੀ ਬਣਨਾ, ਕਿਉਂਕਿ ਸਤਿਗੁਰ ਕਹਿੰਦੇ ਗੁਰੂ ਕਾ ਜਿਹੜਾ ਸ਼ਬਦ ਆ ਇਹੀ ਤੇਰੇ ਵਾਸਤੇ ਗੁਰੂ ਹੈ। ਸਤਿਗੁਰ ਬਾਬੇ ਨਾਨਕ ਨੇ ਆਖਿਆ ਕਿ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਮਾਲਿਕ ਜੀ ਕਹਿੰਦੇ ਕਿ ਜਦੋਂ ਤੇਰਾ ਜੀਵਨ ਹੋਵੇ ਤੇ ਇਹਨਾਂ ਗੱਲਾਂ ਤੇ ਖੜੇ ਕਿ ਬਿਨ ਸ਼ਬਦ ਦੇ ਜੱਗ ਬੋਰਾਨੰਗ, ਕਮਲਾ ਹੋਇਆ ਫਿਰਦਾ ਜੱਗ ਜੀ, ਸੰਸਾਰ ਕਮਲਾ ਹੋ ਗਿਆ ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਕੀ ਬਾਣੀ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ। ਜਦੋਂ ਸਾਡੇ ਜੀਵਨ 'ਚ ਇਹ ਗੱਲਾਂ ਆ ਗਈਆਂ ਤੇ ਮੇਰੇ ਮਾਲਿਕ ਜੀ ਕਹਿੰਦੇ ਉਦੋਂ ਬੰਦੇ ਦਾ ਇਹ ਲੋਕ ਤੇ ਪਰਲੋਕ ਦੋਵਾਂ ਥਾਈਂ ਭਲਾ ਹੈ।
ਬਾਬੇ ਨਾਨਕ ਨੇ ਸਾਰੀ ਉਮਰ ਬਸ ਇੱਕੋ ਹੀ ਉਪਦੇਸ਼ ਦਿੱਤਾ ਜੀ, ਜਿੱਥੇ ਬਾਬਾ ਨਾਨਕ ਗਿਆ। ਸੋ ਭਾਈ ਮਰਦਾਨਾ ਤੇ ਬਾਬਾ ਨਾਨਕ, ਇੱਕ ਬਾਬਾ ਅਕਾਲ ਰੂਪ, ਦੂਜਾ ਮਰਦਾਨਾ। ਕਮਾਲ ਹੋ ਗਈ ਜੀ। ਭਾਈ ਮਰਦਾਨਾ ਬਹਾਨਾ ਬਣ ਬਣ ਕੇ ਪਤਾ ਨਹੀਂ ਕਿੰਨਿਆਂ ਦੇ ਜੀਵਨ ਸਵਾਰ ਗਿਆ। ਤੇ ਮੈਂ ਕਹਿੰਦਾ ਜੇ ਭਰੋਸਾ ਹੋਵੇ ਤੇ ਭਾਈ ਮਰਦਾਨੇ ਵਰਗਾ ਭਰੋਸਾ ਹੋਵੇ। ਜਦੋਂ ਤੁਸੀਂ ਲੈਲਾ ਤੇ ਮਜਨੂ ਦਾ ਕਿੱਸਾ ਪੜ੍ਹਦੇ ਹੋ ਨਾ, ਉਹਨਾਂ ਦੇ ਕਿੱਸੇ ਵਿੱਚ ਗੱਲ ਹੁੰਦੀ ਹੈ ਕਿ ਉੱਥੇ ਦੇ ਰਾਜੇ ਨੇ ਲੈਲਾ ਨੂੰ ਇੱਕ ਵਾਰੀ ਆਪਣੇ ਦਰਬਾਰ 'ਚ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਲੈਲਾ ਕਿੱਦਾਂ ਦਿਖਦਾ ਹੈ, ਕਿਉਂਕਿ ਲੈਲਾ ਦੀ ਤਸਵੀਰ ਅਸੀਂ ਆਮ ਹੁਣ ਦੇਖਦੇ ਹਾਂ ਨੈੱਟ 'ਤੇ, ਬਹੁਤੀ ਖੂਬਸੂਰਤ ਨਹੀਂ ਸੀ, ਬਦਸੂਰਤ ਸੀ। ਜਦੋਂ ਰਾਜੇ ਨੇ ਇਹਨੂੰ ਬੁਲਾਇਆ ਜੀ ਲੈਲਾ ਨੂੰ ਆਪਣੇ ਦਰਬਾਰ 'ਚ ਕਿ ਮੈਂ ਦੇਖਣਾ ਚਾਹੁੰਦਾ ਆ, ਸਿਪਾਹੀ ਲੈ ਕੇ ਆਏ ਤੇ ਲੈਲਾ ਨੂੰ ਦੇਖ ਕੇ ਰਾਜਾ ਹੱਸ ਪਿਆ, ਕਹਿੰਦਾ ਆਹ ਲੈਲਾ ਆ, ਇਹਦੇ ਲੋਕ دیਵਾਨੇ ਹੋਏ ਆ, ਇਹਦੇ ਕਿੱਸੇ ਲੋਕ ਸੁਣਦੇ ਪੈਂਦੇ ਆ ਕਿ ਚਲੇ ਜਾ ਇਹਨੂੰ ਲੈ ਕੇ, ਕੋਈ ਬਹੁਤੀ ਸੋਹਣੀ ਨਹੀਂ ਹੈ। ਤੇ ਲੈਲਾ ਨੇ ਗੱਲ ਬੜੀ ਸੋਹਣੀ ਕਹੀ ਸੀ। ਲੈਲਾ ਕਹਿੰਦੀ ਜੇ ਤੂੰ ਲੈਲਾ ਨੂੰ ਦੇਖਣਾ ਹੈ ਨਾ, ਫਿਰ ਅੱਖ ਤੂੰ ਮਜਨੂ ਵਾਲੀ ਲੈ ਕੇ ਆ। ਜੇ ਮਜਨੂ ਵਾਲੀ ਤੇਰੇ ਕੋਲ ਅੱਖ ਹੋਏਗੀ ਤਾਂ ਤੈਨੂੰ ਲੈਲਾ ਦੀ ਖੂਬਸੂਰਤੀ ਦਿਸਣੀ ਹੈ। ਇਸ ਕਰਕੇ ਸਾਨੂੰ ਵੀ ਨਾ ਸੰਗਤ ਜੀ, ਜੇ ਗੁਰੂ ਨੂੰ ਦੇਖਣਾ ਆ, ਬਾਬੇ ਨਾਨਕ ਨੂੰ ਦੇਖਣਾ, ਤੇ ਸਾਡੇ ਕੋਲ ਅੱਖ ਬਾਬੇ ਲਹਿਣੇ ਵਰਗੀ ਚਾਹੀਦੀ ਹੈ। ਜੇ ਗੁਰੂ ਨੂੰ ਦੇਖਣਾ ਆ ਤੇ ਸਾਡੇ ਕੋਲ ਅੱਖ ਭਾਈ ਲਾਲੋ ਵਰਗੀ ਚਾਹੀਦੀ ਹੈ। ਸਾਡੇ ਕੋਲ ਅੱਖ ਬੇਬੇ ਨਾਨਕੀ ਵਰਗੀ ਚਾਹੀਦੀ ਹੈ, ਜਿਹਨੇ ਸਾਰੀ ਉਮਰ ਆਪਣੇ ਵੀਰ ਨੂੰ ਵੀਰ ਨਹੀਂ ਆਖਿਆ, ਸਾਰੀ ਉਮਰ ਆਪਣਾ ਪੀਰ ਆਖਿਆ। ਭਾਈ ਮਰਦਾਨੇ ਵਰਗਾ ਭਰੋਸਾ ਚਾਹੀਦਾ ਆ ਬਾਬੇ ਨਾਨਕ ਤੇ। ਜਦੋਂ ਸਾਡੀ ਅੱਖ ਇੱਦਾਂ ਦੀ ਹੋਏਗੀ, ਫਿਰ ਬਾਬੇ ਨਾਨਕ ਦੇ ਵਿੱਚੋਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਫਿਰ ਬਾਪੂ ਦੇ ਦਰਸ਼ਨ ਹੋਣੇ ਆ। ਫਿਰ ਪਤਾ ਲੱਗਣਾ ਕਿ ਜਹਾਰ ਪੀਰ ਜਗਤ ਗੁਰ ਬਾਬਾ, ਇਹ ਗੁਰੂ ਨਾਨਕ ਕਿੱਡਾ ਵੱਡਾ ਭਾਈ, ਫਿਰ ਸਮਝ ਪੈਣੀ ਹੈ। ਸੋ ਗੁਰੂ ਮਾਲਕ ਜੀ ਨੇ ਜੋ ਸਾਨੂੰ ਰੱਬੀ ਉਪਦੇਸ਼, ਜੋ ਆਪਾਂ ਕਹਾਣੀਆਂ ਸਾਂਝੀਆਂ ਕੀਤੀਆਂ, ਉਹਨਾਂ ਕਹਾਣੀਆਂ 'ਚੋਂ ਸਿੱਖਿਆ ਆਪਣੇ ਜੀਵਨ 'ਚ ਅਸੀਂ ਧਾਰਨ ਕਰਨੇ ਤਾਂ ਕਿ ਸਾਡਾ ਜੀਵਨ ਬਦਲੇ। ਠੰਡਾਂ ਦੇ ਦਿਨ ਪੰਜਾਬ ਦੀ ਧਰਤੀ 'ਤੇ ਸ਼ੁਰੂ ਹੋ ਚੁੱਕੇ ਆ। ਜਿਉਂ-ਜਿਉਂ ਸਿਆਲ ਨੇੜੇ ਆਈ ਜਾਂਦਾ ਆ, ਤਿਉਂ-ਤਿਉਂ ਦਸ਼ਮੇਸ਼ ਪਿਤਾ ਦੇ ਪਰਿਵਾਰ ਦਾ ਚੇਤਾ ਆਈ ਜਾਂਦਾ ਹੈ। ਚੇਤਾ ਆਉਂਦਾ ਚਮਕੌਰ ਦੀ ਗੜੀ ਦਾ, ਚੇਤਾ ਆਉਂਦਾ ਸਰਹੰਦ ਦੇ ਉਸ ਦੀਵਾਰ ਦਾ ਜਿੱਥੇ ਸਾਹਿਬਜ਼ਾਦਿਆਂ ਨੇ ਖੜ ਕੇ ਸ਼ਹੀਦੀਆਂ ਦਿੱਤੀਆਂ ਆ। ਚੇਤਾ ਆਉਂਦਾ ਮਾਛੂਵਾੜੇ ਦੇ ਕੰਢਿਆਂ ਦਾ, ਜਿੱਥੇ ਬਾਪੂ ਨੇ ਟਿੰਡ ਦਾ ਸਰਾਣਾ ਲਾ ਕੇ ਇਹ ਗੱਲ ਆਖੀ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਿਆਲ ਦੇ ਦਿਨਾਂ 'ਚ ਬਾਪੂ ਦੇ ਪਰਿਵਾਰ ਦਾ ਚੇਤਾ ਆਉਂਦਾ ਹੈ। ਗੁਰੂ ਮਾਲਕ ਜੀ ਬਸ ਸਾਡੇ 'ਤੇ ਹੀ ਤਰਸ ਕਰਨ, ਇਹੀ ਕਿਰਪਾ ਕਰਨ ਕਿ ਧੁੰਦ ਦੇ ਦਿਨ ਚੱਲਦੇ ਆ ਤੇ ਧੁੰਦ ਰਿਸ਼ੀ ਮਹਾਰਾਜ ਕਿਰਪਾ ਕਰ ਦੇਵੇ, ਕਿਤੇ ਧੁੰਦੇ ਧੁੰਦ ਪਾ ਦੇਵੇ ਸਾਰੇ ਪਾਸੇ। ਤੇ ਕਿਤੇ ਬਾਬੇ ਨੇ ਕਿਹਾ ਨਾ ਇਹ ਧੁੰਦ ਚਿੱਟੀ ਹੈ, ਖਤਮ ਨਹੀਂ ਹੁੰਦੀ। ਹਨੇਰਾ ਸ਼ਬਦ ਨਹੀਂ ਵਰਤਿਆ, ਧੁੰਦ ਸ਼ਬਦ ਵਰਤਿਆ ਭਾਈ ਗੁਰਦਾਸ ਨੇ। ਮਿੱਟੀ ਧੁੰਦ ਜਗ ਚਾਨਣ, ਕਿਉਂਕਿ ਧੁੰਦ ਖਤਰਨਾਕ ਆ। ਧੁੰਦ ਵਿੱਚ ਕਿਹੜਾ ਕੰਮ ਹੋ ਜਾਵੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕੀ ਹੋ ਗਿਆ ਧੁੰਦ 'ਚ। ਸੋ ਮਾਲਕ ਜੀ ਕਹਿੰਦੇ ਹਨੇਰਾ ਚਾਨਣ ਨਾਲ ਦੂਰ ਹੋ ਜਾਂਦਾ, ਪਰ ਧੁੰਦ ਬੜੀ ਖਤਰਨਾਕ ਹੈ। ਚਿੱਟੀ ਧੁੰਦ ਸੀਗੀ। ਚਿੱਟੀ ਧੁੰਦ ਦਾ ਅਰਥ ਹੈ ਕਿ ਧਰਮ ਦਾ ਲਿਬਾਸ ਪਾ ਕੇ ਇਹਨਾਂ ਲੋਕਾਂ ਨੇ ਉਹ ਕੰਮ ਕੀਤੇ ਜਿਹੜੇ ਨਹੀਂ ਕਰਨੇ ਚਾਹੀਦੇ ਸੀਗੇ। ਤਾਂ ਹੀ ਭਾਈ ਗੁਰਦਾਸ ਨੇ ਆਖਿਆ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਧੁੰਦ ਏਡੀ ਖਤਰਨਾਕ ਆ ਸੰਗਤ ਜੀ, ਕਈ ਵਾਰ ਸੂਰਜ ਦੀਆਂ ਕਿਰਨਾਂ ਇਹ ਧਰਤੀ ਤੱਕ ਪਹੁੰਚਣ ਨਹੀਂ ਦਿੰਦੇ। ਧੁੰਦ ਏਡੀ ਖਤਰਨਾਕ ਆ। ਸਾਹਮਣੇ
ਕਿੰਨੇ ਕਿੰਨੇ ਐਕਸੀਡੈਂਟ ਹੁੰਦੇ ਆ। ਸੋ ਇਸ ਕਰਕੇ ਬਾਪੂ ਨੇ ਕਿਹਾ ਕਿ ਰਾਜੇ ਸੀ ਮੁਕੱਦਮ ਕੁੱਤੇ, ਉੱਥੇ ਬਾਪੂ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ, ਜੀਆ ਘਾਏ ਜੋਗੀ ਜੁਗਤ ਨਾ ਜਾਣੇ ਅੰਨਤੀ ਨੇ ਉਜਾੜੇ ਕਾ ਬੰਦ। ਇਹ ਜਿਹੜੇ ਕਾਜੀ ਮੁੱਲਾ ਪੰਡਤ ਬ੍ਰਾਹਮਣ ਜਿਹੜੇ ਇਕੱਠੇ ਹੋ ਕੇ ਧਰਮ ਦਾ ਪਹਿਰਾਵਾ ਪਾ ਕੇ ਗਲਤ ਕੰਮ ਕਰਦੇ ਆ, ਤੇ ਇਹਨਾਂ ਨੇ ਧੁੰਦ ਪਾਈ ਹੋਈ ਹੈ, ਜਿਹੜੀ ਚਿੱਟੀ ਧੁੰਦ, ਧਰਮ ਦਾ ਲਿਬਾਸ ਪਾ ਕੇ। ਸੋ ਬਾਬੇ ਨੇ ਸ਼ਬਦ ਦੇ ਪ੍ਰਕਾਸ਼ ਦੇ ਨਾਲ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ, ਜਦੋਂ ਬਾਪੂ ਨੇ ਲਲਕਾਰ ਮਾਰੀ ਨਾ ਸ਼ੇਰ ਵਾਲੀ, ਤੇ ਭੇਡਾਂ ਬੱਕਰੀ ਦੀ ਤਰ੍ਹਾਂ ਸਾਰੇ ਕਰਮ ਕਾਂਡ ਭਾਈ ਗੁਰਦਾਸ ਜੀ ਕਹਿੰਦੇ ਭੱਜ ਗਏ। ਸੋ ਮਾਲਕ ਕਿਰਪਾ ਕਰਨ, ਤਰਸ ਕਰਨ। ਆਓ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ ਸੰਗਤ ਜੀ। ਗੁਰੂ ਮਾਲਕ ਜੀ ਮਿਹਰਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ